ਹੈਲੋ ਮਾਈ ਡੀਅਰ ਫਰੈਂਡਸ, ਤੁਹਾਡਾ ਇਸ ਵੀਡੀਓ ਦੇ ਵਿੱਚ ਬਹੁਤ ਸਵਾਗਤ ਹੈ। ਸੋ ਅੱਜ ਦਾ ਟੌਪਿਕ ਸਾਡਾ ਹੈਗਾ ਸਿੱਖਣਾ ਅਤੇ ਗ੍ਰਹਿਣਸ਼ੀਲਤਾ। ਸਿੱਖਣਾ ਕੀ ਆ? ਸਿੱਖਣ ਦਾ ਸਿਧਾਂਤ, ਕਨਸੈਪਟ ਆਫ ਲਰਨਿੰਗ। ਸਿੱਖਣ ਤੋਂ ਭਾਵ ਗਿਆਨ, ਕੌਸ਼ਲਾਂ, ਅਨੁਭਵਾਂ ਨੂੰ ਪ੍ਰਾਪਤ ਕਰਕੇ ਵਿਵਹਾਰ ਦਾ ਵਿਕਾਸਮਈ ਪਰਿਵਰਤਨ ਕਰਨਾ ਹੈ। ਸਿੱਖਣਾ ਕੀ ਹੈ? ਸਿੱਖਣ ਤੋਂ ਭਾਵ ਜਿਹੜਾ ਗਿਆਨ ਹੈ, ਕੌਸ਼ਲ ਆ ਅਤੇ ਅਨੁਭਵ ਆ, ਇਹਨਾਂ ਨੂੰ ਪ੍ਰਾਪਤ ਕਰਕੇ ਜਿਹੜਾ ਵਿਵਹਾਰ ਹੁੰਦਾ ਹੈ ਉਸ ਦਾ ਵਿਕਾਸ ਕਰਨਾ ਹੀ ਸਿੱਖਣਾ ਹੈ। ਇਸ ਲਈ ਸਿੱਖਣ ਦੀ ਵਿਆਖਿਆ ਅੰਤਰ ਸੰਬੰਧਿਤ ਸਿਧਾਂਤ ਅਨੁਸਾਰ ਵਿਵਹਾਰ ਦਾ ਸਥਾਈ ਪਰਿਵਰਤਨ ਹੁੰਦਾ ਹੈ। ਸਿੱਖਣਾ ਵਿਆਖਿਆਯੋਗ, ਨਿਰੀਖਣਯੋਗ ਅਤੇ ਮਾਪਣਯੋਗ ਕਾਰਕ ਜਾਂ ਤੱਤ ਹੈ। ਸਿੱਖਣ ਪ੍ਰਕਿਰਿਆ ਲਈ ਕਈ ਸਾਧਨ ਹੁੰਦੇ ਹਨ, ਜਿਵੇਂ ਅਧਿਆਪਨ, ਕੰਪਿਊਟਰ, ਵੀਡੀਓ, ਟੈਲੀਮੈਟਿਕਸ, ਰੇਡੀਓ ਆਦਿ। ਸਿੱਖਣਾ ਕੀ ਹੈ? ਇਸ ਦੀ ਵਿਆਖਿਆ ਕੀਤੀ ਜਾ ਸਕਦੀ ਹੈ, ਨਿਰੀਖਣ ਕੀਤਾ ਜਾ ਸਕਦਾ ਹੈ ਅਤੇ ਇਹ ਮਾਪਿਆ ਜਾ ਸਕਦਾ ਹੈ। ਅਤੇ ਸਿੱਖਣ ਪ੍ਰਕਿਰਿਆ ਕਿਹਨਾਂ ਸਾਧਨਾਂ ਦੁਆਰਾ ਸਿੱਖੀ ਜਾ ਸਕਦੀ ਹੈ? ਅਧਿਆਪਨ ਦੁਆਰਾ, ਕੰਪਿਊਟਰ, ਵੀਡੀਓ, ਟੈਲੀਮੈਟਿਕਸ, ਰੇਡੀਓ ਆਦਿ। ਇਹ ਕੀ ਹੈ? ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਇਸ ਲਈ ਸਿੱਖਣਾ ਇੱਕ ਵਿਅਕਤੀਗਤ ਪ੍ਰਕਿਰਿਆ ਹੈ। ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹੈ, ਜੋ ਅੱਗੇ ਅਸੀਂ ਉਹਨਾਂ 'ਤੇ ਮੂਵ ਔਨ ਕਰਦੇ ਹਾਂ। ਸੋ ਨੈਕਸਟ ਇਹਦੀਆਂ ਹੈਗੀਆਂ ਕਰੈਕਟਰਿਸਟਿਕਸ ਆਫ ਲਰਨਿੰਗ। ਵਿਸ਼ੇਸ਼ਤਾਵਾਂ ਦੇ ਵਿੱਚ ਕੀ ਆਉਂਦਾ ਹੈ ਕਿ ਸਿੱਖਣਾ ਇੱਕ ਮਨੋਵਿਗਿਆਨਿਕ ਪ੍ਰਕਿਰਿਆ ਹੈ। ਇਸ ਲਈ ਸਿੱਖਣਾ ਵਾਤਾਵਰਣ ਤੋਂ ਪ੍ਰਭਾਵ ਗ੍ਰਹਿਣ ਕਰਦਾ ਹੈ ਅਤੇ ਵਾਤਾਵਰਣ 'ਤੇ ਪ੍ਰਭਾਵ ਪਾਉਂਦਾ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜਾ ਸਾਡਾ ਸਿੱਖਣਾ ਹੈ ਉਹ ਵਾਤਾਵਰਣ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਜਿਹੜਾ ਵਾਤਾਵਰਣ ਹੈ ਉਹ ਸਾਡੇ ਸਿੱਖਣ ਨੂੰ ਪ੍ਰਭਾਵਿਤ ਕਰਦਾ ਹੈ, ਸਾਡੇ ਸਿੱਖਣ 'ਤੇ ਪ੍ਰਭਾਵ ਪਾਉਂਦਾ ਹੈ। ਮਤਲਬ ਕਿ ਜੇ ਅਸੀਂ ਚੰਗੀਆਂ ਗੱਲਾਂ ਸਿੱਖਾਂਗੇ ਤਾਂ ਉਸ ਦਾ ਵਾਤਾਵਰਣ 'ਤੇ ਚੰਗਾ ਅਸਰ ਪਵੇਗਾ। ਜੇ ਵਾਤਾਵਰਣ ਦੇ ਵਿੱਚ ਜਾਂ ਆਪਣੇ ਇਨਵਾਇਰਮੈਂਟ ਦੇ ਵਿੱਚ, ਆਲੇ ਦੁਆਲੇ ਵਿੱਚ ਕੁਛ ਮਾੜਾ ਅਸੀਂ ਦੇਖ ਕੇ ਕੁਛ ਸਿੱਖਦੇ ਹਾਂ ਤਾਂ ਉਸ ਦਾ ਵੀ ਵਾਤਾਵਰਣ 'ਤੇ ਮਾੜਾ ਅਸਰ ਪਵੇਗਾ ਜਾਂ ਉਸ ਦਾ ਸਾਡੇ 'ਤੇ ਮਾੜਾ ਇਫੈਕਟ ਪਵੇਗਾ। ਮਤਲਬ ਕਿ ਸਾਡਾ ਸਿੱਖਣਾ ਵਾਤਾਵਰਣ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਜੋ ਵਾਤਾਵਰਣ ਦਾ ਹੈ ਪ੍ਰਭਾਵ ਉਹ ਸਾਡੇ ਸਿੱਖਣ 'ਤੇ ਪੈਂਦਾ ਹੈ। ਸੋ ਨੰਬਰ 1 ਪੁਆਇੰਟ ਹੈਗਾ ਵਿਵਹਾਰ ਵਿੱਚ ਪਰਿਵਰਤਨ। ਸਿੱਖਣ ਪ੍ਰਕਿਰਿਆ ਸਿੱਖਣ ਵਾਲੇ ਦੇ ਵਿਵਹਾਰ ਵਿੱਚ ਪਰਿਵਰਤਨ ਕਰਦੀ ਹੈ। ਕੀ ਹੈ? ਸਿੱਖਣ ਪ੍ਰਕਿਰਿਆ ਜਿਹੜੀ ਸਿੱਖਣ ਵਾਲੇ ਦੇ ਵਿਵਹਾਰ ਵਿੱਚ ਪਰਿਵਰਤਨ ਕਰਦੀ ਹੈ। ਪੁਆਇੰਟ ਨੰਬਰ 2 ਮਨੁੱਖੀ ਪ੍ਰਵਿਰਤੀ। ਸਿੱਖਣ ਪ੍ਰਕਿਰਿਆ ਮਨੁੱਖ ਦੀ ਕੁਦਰਤੀ ਅਤੇ ਮੁੱਢਲੀ ਪ੍ਰਵਿਰਤੀ ਹੈ, ਜਿਸ ਅਨੁਸਾਰ ਉਹ ਆਲੇ ਦੁਆਲੇ ਤੋਂ ਕਾਫੀ ਕੁਝ ਸਿੱਖਦਾ ਹੈ। ਸਿੱਖਣਾ ਕੀ ਹੈ? ਜਿਹੜਾ ਮਨੁੱਖ ਹੈਗਾ, ਕਹਿੰਦੇ ਕਿ ਜਨਮ ਤੋਂ ਲੈ ਕੇ ਮਰਨ ਤੱਕ ਅਸੀਂ ਸਿੱਖਦੇ ਹੀ ਰਹਿੰਦੇ ਹਾਂ। ਜੋ ਵੀ ਅਸੀਂ ਆਪਣੀ ਲਾਈਫ ਦੇ ਵਿੱਚ ਕੁਝ ਵੀ ਕਰਦੇ ਹਾਂ ਉਹ ਸਾਡੇ ਲਈ ਨਵਾਂ ਹੁੰਦਾ ਹੈ ਅਤੇ ਅਸੀਂ ਉਹਨੂੰ ਸਿੱਖਦੇ ਹਾਂ। ਹਰ ਇੱਕ ਕੰਮ ਨੂੰ ਅਸੀਂ ਪਹਿਲਾਂ ਸਿੱਖਦੇ ਹਾਂ, ਠੀਕ ਹੈ। ਇਹ ਮਨੁੱਖ ਦੀ ਕੁਦਰਤੀ ਪ੍ਰਵਿਰਤੀ ਹੁੰਦੀ ਹੈ ਅਤੇ ਮੁੱਢਲੀ ਪ੍ਰਵਿਰਤੀ ਹੁੰਦੀ ਹੈ। ਸੋ 3rd ਨੰਬਰ ਪੁਆਇੰਟ ਪ੍ਰਕਿਰਿਆ ਅਤੇ ਨਤੀਜੇ। ਸਿੱਖਣਾ ਪ੍ਰਕਿਰਿਆ ਦੁਆਰਾ ਸਿੱਖਿਆਰਥੀ ਨਵੇਂ ਤੱਥਾਂ, ਵਿਵਹਾਰਾਂ, ਸੰਕਲਪਾਂ ਅਤੇ ਸਿਧਾਂਤਾਂ ਨੂੰ ਪ੍ਰਾਪਤ ਕਰਕੇ ਨਤੀਜਿਆਂ ਤੱਕ ਪਹੁੰਚਦਾ ਹੈ। ਸਿੱਖਣ ਪ੍ਰਕਿਰਿਆ ਕੀ ਹੁੰਦੀ ਹੈ? ਜਿਹੜਾ ਸਿੱਖਿਆਰਥੀ ਹੈ ਨਵੇਂ ਤੱਥ ਸਿੱਖਦਾ ਹੈ, ਵਿਵਹਾਰ ਵਿੱਚ ਪਰਿਵਰਤਨ ਹੁੰਦਾ ਹੈ, ਠੀਕ ਹੈ, ਸੰਕਲਪ ਹੁੰਦੇ ਆ, ਠੀਕ ਹੈ, ਅਤੇ ਸਿਧਾਂਤ ਜਿਹੜੇ ਹੁੰਦੇ ਹੈ। ਇਹਨੂੰ ਸਾਰੀ ਪ੍ਰਕਿਰਿਆ ਤੋਂ ਬਾਅਦ ਕੀ ਹੈ? ਇਹਨਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਕੀ ਹੈ? ਨਤੀਜਿਆਂ ਤੱਕ ਪਹੁੰਚਦਾ ਹੈ। ਨੰਬਰ 4 ਨਿਰੰਤਰ ਚੱਲਣ ਵਾਲੀ ਪ੍ਰਕਿਰਿਆ। ਜਿਹੜੀ ਸਿੱਖਿਆ ਹੈਗੀ ਆ ਉਹ ਇੱਕ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਆਈ ਥਿੰਕ ਪੁਆਇੰਟ ਨੰਬਰ 2 'ਤੇ ਐਕਸਪਲੇਨ ਕੀਤਾ ਸੀਗਾ ਕਿ ਜਿਹੜੀ ਸਿੱਖਣਾ ਹੈਗਾ, ਜਿਹੜਾ ਕੁਦਰਤੀ ਅਤੇ ਮੁੱਢਲੀ ਹੈਗੀ ਆ ਪ੍ਰਕਿਰਿਆ, ਉਹਦੇ ਵਿੱਚ ਕੀ ਹੈ? ਨਿਰੰਤਰ ਚੱਲਣ ਵਾਲੀ ਹੈ। ਇਹ ਸਾਡੇ ਫਿਰ ਉਹੀ ਐਗਜ਼ਾਮਪਲ ਇੱਥੇ ਦਿਆਂਗੀ ਕਿ ਜਿਹੜਾ ਬੱਚਾ ਹੈਗਾ ਉਹ ਜਨਮ ਤੋਂ ਲੈ ਕੇ ਮਰਨ ਤੱਕ ਸਿੱਖਦਾ ਹੀ ਰਹਿੰਦਾ ਹੈ। ਆਪਣੀ ਲਾਈਫ ਵਿੱਚ ਹਰ ਇੱਕ ਪੜਾਅ 'ਤੇ ਉਹ ਸਿੱਖਦਾ ਹੀ ਰਹਿੰਦਾ ਹੈ। ਇਹ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ। ਸਿੱਖਣਾ ਇੱਕ ਸਰਵ ਵਿਆਪਕ ਅਤੇ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਇਸ ਪ੍ਰਕਿਰਿਆ ਦੁਆਰਾ ਚਿੰਤਨ ਪ੍ਰਣਾਲੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਇਹ ਹੈ ਕਿ ਸਿੱਖਣ ਜਿਹੜੀ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ। ਉਸ ਤੋਂ ਬਾਅਦ ਜਿਹੜਾ ਸਿੱਖਿਆਰਥੀ ਹੈਗਾ ਜਾਂ ਵਿਅਕਤੀ ਹੈਗਾ, ਜਿਹੜੀਆਂ ਆਪਣੀਆਂ ਸਮੱਸਿਆਵਾਂ ਹਨ ਉਹਨਾਂ ਦਾ ਖੁਦ ਆਪਣੇ ਆਪ ਹੀ ਉਹਨਾਂ ਨੂੰ ਹੱਲ ਕਰ ਸਕਦਾ ਹੈ। ਨੰਬਰ 5
ਮਾਨਸਿਕ ਯੋਗਤਾਵਾਂ ਦੀ ਪ੍ਰਕਿਰਿਆ ਸਿੱਖਣ ਦੁਆਰਾ ਗਿਆਨਾਤਮਕ, ਭਾਵਨਾਤਮਕ, ਕਿਰਿਆਤਮਕ ਪੱਖਾਂ ਦਾ ਵਿਕਾਸ ਹੁੰਦਾ ਹੈ। ਜਿਹੜੀ ਸਿੱਖਿਆ ਹੈ, ਸਿੱਖਿਆ ਦੁਆਰਾ ਹੀ ਮਾਨਸਿਕ ਯੋਗਤਾਵਾਂ ਜਿਹੜੀਆਂ ਹੈਗੀਆਂ ਗਿਆਨਾਤਮਕ, ਭਾਵਨਾਤਮਕ ਤੇ ਕਿਰਿਆਤਮਕ ਪੱਖ ਹੈ ਉਹਨਾਂ ਦਾ ਵਿਕਾਸ ਹੁੰਦਾ ਹੈ। ਨੰਬਰ 6 ਤਾਲਮੇਲ ਦੀ ਪ੍ਰਕਿਰਿਆ ਸਿੱਖਣ ਦੁਆਰਾ ਵਿਅਕਤੀ ਵਿੱਚ ਤਾਲਮੇਲ ਦੀਆਂ ਯੋਗਤਾਵਾਂ ਦਾ ਵਿਕਾਸ ਹੁੰਦਾ ਹੈ। ਜਿਹੜਾ ਸਿੱਖਣਾ ਹੈ, ਜਦੋਂ ਵਿਅਕਤੀ ਕਿਸੇ ਦੂਸਰੇ ਵਿਅਕਤੀ ਦੇ ਸੰਪਰਕ ਵਿੱਚ ਜਾਂਦਾ ਹੈ, ਜਿਵੇਂ ਕਿ ਇੱਕ ਸਕੂਲ ਦੀ ਐਗਜ਼ਾਮਪਲ ਹੀ ਲੈ ਲੈਂਦੇ ਹਨ। ਜਦੋਂ ਬੱਚਾ ਸਕੂਲ ਜਾਂਦਾ ਹੈ, ਸਕੂਲ ਵਿੱਚ ਆਪਣੇ ਫਰੈਂਡ ਸਰਕਲ ਵਿੱਚ ਜਾਂਦਾ ਹੈ, ਉਸਦੇ ਫਰੈਂਡ ਬਣਦੇ ਆ ਅਤੇ ਉਹਨਾਂ ਨੂੰ ਦੇਖ ਕੇ ਉਹਨਾਂ ਤੋਂ ਕੁਝ ਸਿੱਖਦਾ ਹੈ ਅਤੇ ਉਹਨਾਂ ਦੇ ਫਰੈਂਡ ਉਸ ਬੱਚੇ ਨੂੰ ਦੇਖ ਕੇ ਉਸ ਤੋਂ ਸਿੱਖਦੇ ਆ। ਇਹ ਕੀ ਬਣ ਜਾਂਦਾ, ਇੱਕ ਤਾਲਮੇਲ ਦੀ ਪ੍ਰਕਿਰਿਆ ਬਣ ਜਾਂਦੀ ਹੈ। ਤਾਂ ਇਹ ਕੀ ਹੈ, ਇਹ ਤਾਲਮੇਲ ਦੀਆਂ ਯੋਗ ਸਿੱਖਣ ਦੇ ਨਾਲ ਇਹ ਪ੍ਰਕਿਰਿਆ ਦਾ ਵਿਕਾਸ ਹੁੰਦਾ ਹੈ। ਸੋ ਨੈਕਸਟ ਪੁਆਇੰਟ ਹੈਗਾ ਸਾਡਾ ਸਮੱਸਿਆ ਹੱਲ ਕਰਨ ਦੀ ਪ੍ਰਕਿਰਿਆ। ਜੀਵਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਵਿਅਕਤੀ ਆਪਣੇ ਪੂਰਵ ਅਨੁਭਵਾਂ ਤੇ ਗਿਆਨ ਦੀ ਸਹਾਇਤਾ ਨਾਲ ਕਰਦਾ ਹੈ। ਇਹ ਪੂਰਵ ਅਨੁਭਵ ਉਸ ਦਾ ਸਿੱਖਣਾ ਹੁੰਦਾ ਹੈ। ਸੋ ਨੈਕਸਟ ਪੁਆਇੰਟ ਬੁੱਧੀਪੂਰਨ ਪ੍ਰਕਿਰਿਆ। ਸਿੱਖਣਾ ਵਿਵਹਾਰਿਕ ਗਿਆਨ ਹੈ ਜੋ ਬੁੱਧੀ ਤੇ ਆਧਾਰਿਤ ਹੁੰਦਾ ਹੈ, ਨਾ ਕਿ ਯਾਂਤਰਿਕ। ਜਿਹੜਾ ਸਿੱਖਣਾ ਹੈ ਉਹ ਕੀ ਹੈ, ਵਿਵਹਾਰਿਕ ਹੁੰਦਾ ਹੈ ਤੇ ਜੋ ਬੁੱਧੀ ਤੇ ਆਧਾਰਿਤ ਹੁੰਦਾ ਹੈ। ਨੰਬਰ 9 ਸਮਾਜਿਕ ਪ੍ਰਕਿਰਿਆ। ਸਿੱਖਣਾ ਪ੍ਰਕਿਰਿਆ ਦਾ ਕਾਰਜ ਖੇਤਰ ਹੈ। ਘਰ ਤੋਂ ਸ਼ੁਰੂ ਹੋ ਕੇ ਸਕੂਲ, ਧਾਰਮਿਕ ਸਥਾਨ, ਸਮਾਜ ਆਦਿ ਖੇਤਰਾਂ ਵਿੱਚ ਸੰਭਵ ਹੁੰਦਾ ਹੈ। ਕਿੱਥੇ ਸਿੱਖਿਆ ਜਾ ਸਕਦਾ ਹੈ? ਜਿਹੜਾ ਸਿੱਖਿਆ ਦਾ ਕਾਰਜ ਖੇਤਰ ਹੈ ਪ੍ਰਕਿਰਿਆ ਦਾ, ਇਹ ਕਾਰਜ ਖੇਤਰ ਘਰ ਤੋਂ ਸ਼ੁਰੂ ਹੋ ਕੇ ਬੱਚਾ ਘਰ ਤੋਂ ਪਹਿਲਾ ਜਿਹੜਾ ਪਾਰਟ ਹੈਗਾ ਸਮਾਜ ਦਾ ਪਹਿਲਾ ਪਾਰਟ ਜਿਹੜਾ ਬੱਚਾ ਕੀ ਆ ਆਪਣੇ ਘਰ ਤੋਂ ਹੀ ਸਿੱਖਦਾ ਹੈ। ਉਸ ਤੋਂ ਬਾਅਦ ਉਹ ਸਕੂਲ ਵਿੱਚ ਜਾਂਦਾ ਹੈ, ਧਾਰਮਿਕ ਸਥਾਨਾਂ ਤੋਂ ਸਿੱਖਦਾ ਹੈ ਤੇ ਸਮਾਜ ਵਿੱਚ ਸਿੱਖਦਾ ਹੈ। ਨੰਬਰ 10 ਖੋਜ ਪ੍ਰਕਿਰਿਆ। ਸਿੱਖਣਾ ਇੱਕ ਖੋਜ ਪ੍ਰਕਿਰਿਆ ਹੈ ਜਿਸ ਵਿੱਚ ਅਨੁਭਵਾਂ ਤੇ ਖੋਜ ਦੇ ਆਧਾਰ 'ਤੇ ਜਿਹੜੀਆਂ ਲੋੜਾਂ ਦੀ ਸੰਤੁਸ਼ਟੀ ਕੀਤੀ ਜਾਂਦੀ ਹੈ। ਸਿੱਖਣਾ ਕੀ ਇੱਕ ਖੋਜ ਹੈ। ਫੋਰ ਐਗਜ਼ਾਮਪਲ ਅਸੀਂ ਕਿਸੇ ਵੀ ਜਦੋਂ ਆਪਾਂ ਕੁਝ ਵੀ ਸਿੱਖਣਾ ਹੈ ਉਸ ਬਾਰੇ ਜਾਂ ਕਿਸੇ ਵੀ ਨੌਲੇਜ ਦਾ ਸਾਨੂੰ ਨਾ ਪਤਾ ਹੋਵੇ ਤਾਂ ਅਸੀਂ ਉਸਦੀ ਸਰਚ ਕਰਦੇ ਹਾਂ। ਸਰਚ ਕਰਕੇ ਉਸਦੇ ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਦੇ ਹਾਂ। ਇਹ ਕੀ ਹੈ, ਇੱਕ ਖੋਜ ਦੀ ਪ੍ਰਕਿਰਿਆ ਹੈ। ਜਿਹੜਾ ਸਿੱਖਣਾ ਕੀ ਹੈ, ਖੋਜ ਦੀ ਪ੍ਰਕਿਰਿਆ ਹੈ। ਸੋ ਨੈਕਸਟ ਮੂਵ ਔਨ ਕਰਦੇ ਹਾਂ। ਨੰਬਰ 11 ਸਕਾਰਾਤਮਕ ਨਕਾਰਾਤਮਕ ਸਿੱਖਿਆ। ਸਕਾਰਾਤਮਕ ਕਿਹੜੀ ਸਿੱਖਿਆ ਹੁੰਦੀ ਹੈ? ਜਦੋਂ ਸਾਡੇ ਸਿੱਖਣ ਦਾ ਅਨੁਭਵ ਸਮਾਜਿਕ ਮਾਨਤਾ ਦੇ ਵਿਰੁੱਧ ਨਾ ਹੋਵੇ ਉਦੋਂ ਸਕਾਰਾਤਮਕ ਹੁੰਦਾ ਹੈ। ਜਦੋਂ ਸਮਾਜਿਕ ਮਾਨਤਾ ਦੇ ਵਿਰੁੱਧ ਹੁੰਦਾ ਹੈ ਉਦੋਂ ਨਕਾਰਾਤਮਕ ਹੁੰਦਾ ਹੈ। ਜਦੋਂ ਸਮਾਜਿਕ ਮਾਨਤਾ ਦੇ ਵਿਰੁੱਧ ਹੋਵੇ ਨਕਾਰਾਤਮਕ ਹੁੰਦਾ ਹੈ। ਜਦੋਂ ਸਾਡਾ ਜਿਹੜਾ ਸਿੱਖਣਾ ਅਨੁਭਵ ਸਮਾਜਿਕ ਮਾਨਤਾ ਪ੍ਰਾਪਤ ਕਰੇ ਉਹ ਕੀ ਹੁੰਦਾ ਹੈ, ਸਕਾਰਾਤਮਕ ਸਿੱਖਿਆ। ਨੰਬਰ 12 ਪੁਆਇੰਟ ਨੰਬਰ 12 ਸਿੱਖਣ ਦਾ ਉਦੇਸ਼ ਕੇਂਦਰਿਤ ਹੈ। ਜੇ ਸਿੱਖਣ ਵਿੱਚ ਉਦੇਸ਼ ਨਾ ਹੋਵੇ ਤਾਂ ਉਹ ਸਿੱਖਣਾ ਨਹੀਂ ਹੈ। ਫੋਰ ਐਗਜ਼ਾਮਪਲ ਜੇ ਸਾਡਾ ਗੋਲ ਹੀ ਨਹੀਂ ਹੈ, ਕੋਈ ਮੋਟਿਵ ਹੀ ਨਹੀਂ ਹੈ ਤਾਂ ਅਸੀਂ ਕਿਵੇਂ ਸਿੱਖ ਸਕਦੇ ਹਾਂ? ਠੀਕ ਆ, ਹੁਣ ਤੁਸੀਂ ਇਸ ਵੀਡੀਓ ਨੂੰ ਵੇਖ ਰਹੇ ਹੋ, ਕੁਛ ਸਿੱਖ ਰਹੇ ਹੋ, ਤੁਹਾਡਾ ਮੋਟਿਵ ਕੀ ਆ? ਆਪਣੇ ਐਗਜ਼ਾਮਸ ਨੂੰ ਕਲੀਅਰ ਕਰਨਾ। ਜੇ ਤੁਹਾਡਾ ਐਗਜ਼ਾਮ ਹੀ ਨਾ ਹੁੰਦਾ, ਤੁਸੀਂ ਐਗਜ਼ਾਮ ਹੀ ਕਲੀਅਰ ਨਹੀਂ ਕਰਨਾ ਹੁੰਦਾ ਤਾਂ ਤੁਹਾਨੂੰ ਇਹ ਵੀਡੀਓ ਦੇਖਣ ਦੀ ਜ਼ਰੂਰਤ ਹੀ ਨਹੀਂ ਪੈਣੀ ਸੀ। ਸੋ ਤੁਹਾਡਾ ਮੋਟਿਵ ਹੈ, ਇਸ ਕਰਕੇ ਤੁਸੀਂ ਸਿੱਖ ਰਹੇ ਹੋ। ਸਿੱਖਣ ਦਾ ਉਦੇਸ਼ ਕੇਂਦਰਿਤ ਹੁੰਦਾ ਹੈ। ਨੈਕਸਟ ਪੁਆਇੰਟ ਸਿੱਖਣ ਅਨੁਭਵਾਂ ਦਾ ਸੰਗਠਨ ਹੈ। ਸਿੱਖਣ ਵਿੱਚ ਸਿਰਫ ਤੱਥਾਂ ਤੇ ਕੌਸ਼ਲਾਂ ਨੂੰ ਅਭਿਆਸ ਦੁਆਰਾ ਮਾਨਤਾ ਪ੍ਰਾਪਤ ਕਰਨਾ ਹੀ ਨਹੀਂ ਸਗੋਂ ਅਨੁਭਵਾਂ ਦਾ ਪੁਨਰ ਸੰਗਠਨ ਕਰਨਾ ਵੀ ਹੈ। ਇਹ ਨਵੇਂ ਅਤੇ ਪੁਰਾਣੇ ਅਨੁਭਵਾਂ ਦਾ ਸੰਸ਼ਲੇਸ਼ਣ ਹੁੰਦਾ ਹੈ। ਹੁਣ ਇਹਦੇ ਵਿੱਚ ਕੀ ਕਹਿੰਦੇ ਆ ਕਿ ਸਿੱਖਣ ਜਿਹੜਾ ਅਨੁਭਵਾਂ ਦਾ ਸੰਗਠਨ ਹੈ, ਇਹ ਸਿੱਖਣਾ ਇੱਕ ਤੱਥ ਹੀ ਨਹੀਂ ਹੈ। ਮਤਲਬ ਕਿ ਅਸੀਂ ਜੋ ਸਿੱਖਦੇ ਹਾਂ, ਜੋ ਸਾਨੂੰ ਘੱਟ ਨੌਲੇਜ ਹੁੰਦੀ ਆ, ਅਸੀਂ ਉਹਦੇ ਬਾਰੇ ਸਿੱਖ ਕੇ ਆਪਣੀ ਨੌਲੇਜ ਨੂੰ ਉਸ ਪੁਆਇੰਟਸ ਨੂੰ ਕਲੀਅਰ ਕਰਦੇ ਹਾਂ, ਆਪਣੀ ਨੌਲੇਜ ਵਿੱਚ ਹੋਰ ਜਾਣਕਾਰੀ ਵਿੱਚ ਵਾਧਾ ਕਰਦੇ ਹਾਂ, ਆਪਣੇ ਗਿਆਨ ਵਿੱਚ ਵਾਧਾ ਕਰਦੇ ਹਾਂ ਅਤੇ ਨਵੇਂ ਪੁਰਾਣੇ ਦੇ ਵਿੱਚ ਅਸੀਂ ਉਹਨਾਂ ਦਾ ਡਿਫਰੈਂਸ ਦੇਖਦੇ ਹਾਂ, ਉਹਨਾਂ ਦਾ ਸੰਸ਼ਲੇਸ਼ਣ ਕਰ ਸਕਦੇ ਹਾਂ। ਇਹ ਸਿੱਖਣਾ ਹੁੰਦਾ ਹੈ। ਸੋ ਨੈਕਸਟ 14 ਪੁਆਇੰਟ ਨੰਬਰ ਸਾਡਾ ਨੈਕਸਟ ਪੁਆਇੰਟ ਹੈਗਾ ਲਾਸਟ ਪੁਆਇੰਟ ਨੰਬਰ 14 ਸਿੱਖਣਾ ਵਿਅਕਤੀਗਤ ਅਤੇ ਸਮੂਹਿਕ ਜਾਂ ਸਮਾਜਿਕ ਦੋਵੇਂ ਤਰ੍ਹਾਂ ਦਾ ਹੁੰਦਾ ਹੈ। ਸਮੂਹਿਕ ਹੀ ਹੁੰਦਾ ਹੈ, ਵਿਅਕਤੀਗਤ ਵੀ ਹੁੰਦਾ ਹੈ ਅਤੇ ਸਮਾਜਿਕ ਵੀ ਹੁੰਦਾ ਹੈ। ਸਿੱਖਿਆ ਵਿਅਕਤੀ ਦੇ ਨਾਲ ਨਾਲ ਸਮਾਜਿਕ ਸਾਧਨਾਂ ਅਤੇ ਬੱਚਿਆਂ ਉੱਤੇ ਵੀ ਸਿੱਖਿਆ ਸੰਬੰਧੀ ਪ੍ਰਭਾਵ
ਪਾਉਂਦੇ ਹਨ। ਠੀਕ ਹੈ, ਸਿੱਖਣਾ ਇੱਕ ਵਿਅਕਤੀਗਤ ਅਤੇ ਸਮੂਹਿਕ ਦੋਵੇਂ ਤਰ੍ਹਾਂ ਦਾ ਹੁੰਦਾ ਹੈ। ਸੋ ਨੈਕਸਟ ਹੈਗਾ ਸਾਡਾ ਸਿੱਖਣ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ, ਇਫੈਕਟਸ ਅਪੋਨ ਲਰਨਿੰਗ। ਠੀਕ ਹੈ, ਪ੍ਰਭਾਵਿਤ ਕਰਨ ਵਾਲੇ ਤੱਤ। ਨੰਬਰ 1 ਪ੍ਰੇਰਨਾ ਜਿਵੇਂ ਸਜ਼ਾ ਜਾਂ ਇਨਾਮ ਆਦਿ ਸਿੱਖਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਹਨ। ਜਿਵੇਂ ਕਿ ਇੱਕ ਸਿੱਖਣ ਵਾਲਾ ਫੋਰ ਐਗਜ਼ਾਮਪਲ ਜਾਂ ਚੰਗੇ ਕੰਮ ਸਿੱਖੇਗਾ ਤਾਂ ਉਹ ਇਨਾਮ ਬਾਰੇ, ਮਤਲਬ ਕਿ ਕੋਈ ਵੀ ਵਿਦਿਆਰਥੀ ਹੈ ਜਾਂ ਉਸਦਾ ਮੋਟਿਵ ਹੁੰਦਾ ਕਿ ਮੈਂ ਕਿਸੇ ਕੰਮ ਦੇ ਵਿੱਚ ਸਫਲਤਾ ਪ੍ਰਾਪਤ ਕਰਨੀ ਤਾਂ ਮੈਨੂੰ ਇਨਾਮ ਮਿਲੇਗਾ। ਠੀਕ ਆ, ਉਹ ਕੀ ਹੋਇਆ, ਉਸਦੀ ਪ੍ਰੇਰਨਾ, ਉਹਦੇ ਜਿਹੜੇ ਸਿੱਖਣ ਦੀ ਇੱਕ ਪ੍ਰੇਰਨਾ ਹੁੰਦੀ ਆ ਇਨਾਮ ਲੈਣਾ। ਅਤੇ ਕੋਈ ਗਲਤ ਕੰਮ ਕਰੇਗਾ ਤਾਂ ਉਸਨੂੰ ਪਤਾ ਹੋਵੇਗਾ ਕਿ ਉਸ 'ਤੇ ਸਜ਼ਾ ਮਿਲੇਗੀ। ਇਹ ਕੀ ਹੈ, ਸਜ਼ਾ ਜਾਂ ਇਨਾਮ ਸਿੱਖਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਹਨ। ਇਹ ਜਿਹੜੀ ਪ੍ਰੇਰਨਾ ਹੈਗੀ ਹੈ ਸਿੱਖਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀ ਹੈ। ਅਰਥਪੂਰਨ ਉਦੇਸ਼, ਸਿੱਖਣ ਪ੍ਰਕਿਰਿਆ ਦੇ ਉਦੇਸ਼ਾਂ ਦਾ ਪ੍ਰਭਾਵ ਵੀ ਸਿੱਖਣ 'ਤੇ ਪੈਂਦਾ ਹੈ। ਅਰਥਪੂਰਨ ਉਦੇਸ਼ ਜਿੱਦਾਂ ਕਿ ਪਹਿਲਾਂ ਵੀ ਆਪਾਂ ਡਿਸਕਸ ਕੀਤਾ ਸੀਗਾ ਕਿ ਮੋਟਿਵ ਹੋਣਾ ਚਾਹੀਦਾ, ਸਾਡਾ ਕੋਈ ਉਦੇਸ਼ ਹੋਣਾ ਚਾਹੀਦਾ ਹੈ, ਤਾਂ ਇਹ ਜਿਹੜਾ ਸਿੱਖਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ। ਜੇ ਸਾਡਾ ਕੋਈ ਮੋਟਿਵ ਹੀ ਨਹੀਂ ਹੈਗਾ, ਸਾਡਾ ਕੋਈ ਗੋਲ ਹੀ ਨਹੀਂ ਹੈ, ਤਾਂ ਅਸੀਂ ਸਿੱਖ ਨਹੀਂ ਸਕਦੇ। ਸਾਨੂੰ ਪਤਾ ਹੀ ਨਹੀਂ ਹੋਵੇਗਾ ਅਸੀਂ ਕੀ ਸਿੱਖਣਾ ਆ। ਠੀਕ ਹੈ ਨਾ, ਕਿ ਸਾਨੂੰ ਪਤਾ ਹੀ ਨਹੀਂ ਸਾਡਾ ਉਦੇਸ਼ ਕੀ ਹੈ, ਤਾਂ ਅਸੀਂ ਸਿੱਖਾਂਗੇ ਕੀ। ਸੋ ਨੈਕਸਟ ਹੈਗਾ ਸਿੱਖਣ ਸਮੱਗਰੀ, ਸਿੱਖਣ ਲਈ ਸਹਾਇਕ ਸਮੱਗਰੀ ਪਰੰਪਰਾਗਤ ਹੈ ਜਾਂ ਆਧੁਨਿਕ ਹੈ। ਇਸ ਦਾ ਪ੍ਰਭਾਵ ਸਿੱਖਣ 'ਤੇ ਪੈਂਦਾ ਹੈ। ਜਿਹੜੀ ਪਰੰਪਰਾਗਤ ਜਿਹੜੀ ਹੈਗੀ ਹੈ ਸਮੱਗਰੀ ਅਤੇ ਜਿਹੜੀ ਆਧੁਨਿਕ ਹੈ, ਇਹਨਾਂ ਦਾ ਸਿੱਖਣ 'ਤੇ ਬਹੁਤ ਪ੍ਰਭਾਵ ਪੈਂਦਾ ਹੈ। ਸੋ ਲਾਸਟ ਪੁਆਇੰਟ, ਪਰਿਵਰਤਨਸ਼ੀਲ ਕਾਰਕ, ਪੂਰਵ ਅਨੁਭਵਾਂ ਤੋਂ ਪ੍ਰਾਪਤ ਨਤੀਜਿਆਂ ਦੇ ਪਰਿਵਰਤਨਸ਼ੀਲ ਕਾਰਕ ਵੀ ਸਿੱਖਣ ਉੱਤੇ ਪ੍ਰਭਾਵ ਪਾਉਂਦੇ ਹਨ। ਜਿਹੜੇ ਹੈਗੇ ਪੂਰਵ ਅਨੁਭਵ, ਜਿਹੜੇ ਸਾਡੇ ਸਾਨੂੰ ਪਹਿਲਾਂ ਤੋਂ ਅਨੁਭਵ ਹੁੰਦਾ ਹੈ ਅਤੇ ਅਸੀਂ ਹੋਰ ਉਸ ਬਾਰੇ ਹੋਰ ਜ਼ਿਆਦਾ ਸਿੱਖਦੇ ਹਾਂ ਜਾਂ ਗਿਆਨ ਪ੍ਰਾਪਤ ਕਰਦੇ ਹਾਂ। ਇਹ ਕੀ ਹੈ, ਸਾਡੇ ਜਿਹੜੇ ਸਾਡੇ ਨਤੀਜੇ ਹੁੰਦੇ ਆ, ਰਿਜ਼ਲਟ ਨਿਕਲਦਾ ਹੈ, ਉਸ ਪਰਿਵਰਤਨਸ਼ੀਲ ਕਾਰਕ ਸਿੱਧ ਹੁੰਦੇ ਹਨ। ਸੋ ਸਾਡੇ ਇਹ ਵੀ 4 ਸੀਗੇ ਜਿਹੜੇ ਇਫੈਕਟ ਪਾਉਂਦੇ ਸੀਗੇ ਲਰਨਿੰਗ ਉੱਤੇ। ਸੋ ਅੱਗੇ ਮੂਵ ਔਨ ਕਰਦੇ ਹਾਂ। ਮਾਤ ਭਾਸ਼ਾ ਦੀ ਲੋੜ ਅਤੇ ਮਹੱਤਤਾ। ਪਹਿਲਾਂ ਅਸੀਂ ਮਾਤ ਭਾਸ਼ਾ ਬਾਰੇ ਥੋੜ੍ਹਾ ਪੜ੍ਹਿਆ ਸੀਗਾ ਪ੍ਰੀਵੀਅਸ ਵੀਡੀਓ ਵਿੱਚ। ਠੀਕ ਹੈ, ਇਸ ਮਾਤ ਭਾਸ਼ਾ ਦੀ ਲੋੜ ਕਿਉਂ ਹੈ? ਨੀਡ ਆਫ ਮਦਰ ਲੈਂਗੁਏਜ ਐਂਡ ਇੰਪੋਰਟੈਂਸ। ਇਹਦੀ ਇੰਪੋਰਟੈਂਸ ਕੀ ਆ? ਠੀਕ ਹੈ, ਲਿਖਤੀ ਭਾਸ਼ਾ ਦਾ ਰੂਪ ਸਿੱਖਣ ਦੀ ਲੋੜ। ਜਿਹੜੀ ਮਾਤ ਭਾਸ਼ਾ ਦੀ ਹੈਲਪ ਨਾਲ ਅਸੀਂ ਭਾਸ਼ਾ ਦਾ ਜਿਹੜਾ ਲਿਖਤੀ ਰੂਪ ਹੈ ਉਹ ਸਿੱਖ ਸਕਦੇ ਹਾਂ। ਭਾਸ਼ਾ ਦੇ ਕਿਹੜੇ 2 ਰੂਪ ਹੁੰਦੇ ਹਨ? ਮੌਖਿਕ ਅਤੇ ਲਿਖਤੀ। ਠੀਕ ਆ, ਬੱਚਾ ਘਰ ਦੇ ਵਿੱਚ ਗੈਰ ਰਸਮੀ ਮੌਖਿਕ ਭਾਸ਼ਾ ਹੀ ਸਿੱਖਦਾ ਹੈ ਅਤੇ ਭਾਸ਼ਾ ਦਾ ਲਿਖਤੀ ਰੂਪ ਸਿੱਖਣ ਲਈ ਮਾਤ ਭਾਸ਼ਾ ਕੁਸ਼ਲਤਾਪੂਰਵਕ ਰੋਲ ਅਦਾ ਕਰਦੀ ਹੈ। ਭਾਸ਼ਾ 2 ਤਰ੍ਹਾਂ ਦੀ ਹੁੰਦੀ ਹੈ, ਲਿਖਤੀ ਅਤੇ ਮੌਖਿਕ, ਅਤੇ ਇੱਕ ਰਸਮੀ ਹੁੰਦੀ ਹੈ, ਇੱਕ ਗੈਰ ਰਸਮੀ ਹੁੰਦੀ ਹੈ। ਗੈਰ ਰਸਮੀ ਕਿਹੜੀ ਹੁੰਦੀ ਹੈ? ਜਿਹੜਾ ਬੱਚਾ ਆਪਣੇ ਪਰਿਵਾਰ ਵਿੱਚ ਰਹਿ ਕੇ, ਘਰ ਵਿੱਚ ਹੀ ਜਾਂ ਸਮਾਜ ਤੋਂ ਕਿਸੇ ਗੈਰ ਰਸਮੀ ਤੌਰ 'ਤੇ ਸਿੱਖਦਾ ਹੈ। ਅਤੇ ਰਸਮੀ ਜਿਹੜੀ ਸਕੂਲਾਂ ਕਾਲਜਾਂ ਵਿੱਚ ਜਾ ਕੇ ਸਿੱਖਿਆ ਪ੍ਰਾਪਤ ਕਰਦਾ ਹੈ, ਉਹ ਰਸਮੀ ਸਿੱਖਿਆ ਹੁੰਦੀ ਹੈ। ਪੁਆਇੰਟ ਨੰਬਰ 2, ਦੂਸਰੀਆਂ ਭਾਸ਼ਾਵਾਂ ਦੇ ਗਿਆਨ ਦੀ ਲੋੜ। ਸਰੀਰਕ, ਮਾਨਸਿਕ, ਬੌਧਿਕ, ਸੰਸਕ੍ਰਿਤਿਕ, ਸਮਾਜਿਕ ਅਤੇ ਨੈਤਿਕ ਵਿਕਾਸ ਕਰਨ ਲਈ ਹੋਰ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਸਿੱਖਣਾ ਜ਼ਰੂਰੀ ਹੁੰਦਾ ਹੈ। ਇਸ ਲਈ ਇਹ ਰਸਮੀ ਸਿੱਖਿਆ ਦੁਆਰਾ ਸਿੱਖਿਆ ਜਾਂਦਾ ਹੈ। ਠੀਕ ਆ, ਜਿਹੜੀ ਹੈਗੀ ਗੈਰ ਰਸਮੀ ਸਿੱਖਿਆ ਹੈ ਉਹ ਸਿਰਫ ਮਾਤ ਭਾਸ਼ਾ ਹੀ ਹੁੰਦੀ ਹੈ। ਜਿਹੜਾ ਬੱਚਾ ਘਰ ਰਹਿ ਕੇ ਜਾਂ ਸਮਾਜ ਵਿੱਚ ਵੀ ਗੈਰ ਰਸਮੀ ਤਰੀਕੇ ਨਾਲ ਸਿੱਖ ਸਕਦਾ ਹੈ। ਬਟ ਇਸ ਤੋਂ ਇਲਾਵਾ ਜਿਹੜੀ ਸਰੀਰਕ, ਮਾਨਸਿਕ, ਬੌਧਿਕ ਅਤੇ ਜਿਹੜੀ ਸੰਸਕ੍ਰਿਤਿਕ, ਸਮਾਜਿਕ, ਇਹ ਸਾਰੀ ਜਿਹੜਾ ਵਿਕਾਸ ਹੈਗਾ ਆ, ਬੱਚੇ ਦਾ ਵਿਕਾਸ ਹੈ, ਵਿਅਕਤੀ ਦਾ ਵਿਕਾਸ ਹੈ, ਅਤੇ ਹੋਰ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਸਿੱਖਣਾ ਵੀ ਜ਼ਰੂਰੀ ਹੁੰਦਾ ਹੈ ਇਹਨਾਂ ਸਭ ਦੇ ਵਿਕਾਸ ਲਈ। ਇਹ ਕੀ ਅਖਵਾਉਂਦੀ ਹੈ? ਰਸਮੀ ਸਿੱਖਿਆ। ਪੁਆਇੰਟ ਨੰਬਰ 3, ਵੱਖ-ਵੱਖ ਕਲਾਵਾਂ ਅਤੇ ਵਿਸ਼ਿਆਂ ਦੇ ਗਿਆਨ ਦੀ ਲੋੜ। ਵੱਖ-ਵੱਖ ਕਲਾਵਾਂ ਜਿਵੇਂ ਚਿੱਤਰਕਲਾ, ਸੰਗੀਤ ਕਲਾ, ਨਾਚ ਕਲਾ ਅਤੇ ਵਿਗਿਆਨ ਜਿਵੇਂ ਕਿ ਸਮਾਜ ਵਿਗਿਆਨ, ਆਂਕੜਾ ਵਿਗਿਆਨ ਆਦਿ ਸਿੱਖਣ ਲਈ ਮਾਤ ਭਾਸ਼ਾ ਦਾ
ਮਾਤ ਭਾਸ਼ਾ ਜਿਹੜੀ ਵਧੀਆ ਗਰਾਊਂਡ ਪ੍ਰਦਾਨ ਕਰਦੀ ਹੈ, ਜਿਹੜੀ ਕਿ ਮਾਤ ਭਾਸ਼ਾ ਇੱਕ ਬੇਸ ਦਾ ਕੰਮ ਕਰਦੀ ਹੈ, ਫਾਊਂਡੇਸ਼ਨ ਦਾ, ਜਿਹੜੀ ਨੀਂਵ ਹੁੰਦੀ ਆ ਜਿਹੜੀ ਮਾਤ ਭਾਸ਼ਾ ਉਹ ਕੰਮ ਕਰਦੀ ਹੈ। ਠੀਕ ਆ, ਜਿਵੇਂ ਕਿ ਬੱਚੇ ਨੇ ਵੱਖ-ਵੱਖ ਕਲਾਵਾਂ, ਇਹ ਸਾਰੀਆਂ ਕਲਾਵਾਂ ਸਿੱਖਣ ਲਈ ਜਾਂ ਵਿਗਿਆਨ ਜਿਹੜੇ ਹੈਗੇ ਆ, ਅੰਕੜਾ ਵਿਗਿਆਨ ਵਗੈਰਾ ਸਿੱਖਣ ਲਈ ਜਿਹੜੀ ਮਾਤ ਭਾਸ਼ਾ ਇੱਕ ਬੇਸ ਦਾ ਕੰਮ ਕਰਦੀ ਹੈ। ਸੋ ਨੈਕਸਟ ਸਾਡਾ ਪੁਆਇੰਟ ਹੈਗਾ ਸਿੱਖਣ, ਭਾਸ਼ਾ ਸਿੱਖਣ ਦੇ ਜਿਹੜੇ ਸਧਾਰਨ ਸਿਧਾਂਤ ਕੀ ਆ, ਜਨਰਲ ਪ੍ਰਿੰਸੀਪਲ ਆਫ ਲੈਂਗੁਏਜ ਟੈਕਨੀਕ ਟੀਚਿੰਗ। ਸਿਧਾਂਤ ਤੋਂ ਭਾਵ ਉਹ ਤੱਤ ਜਿਹੜੇ ਭਾਸ਼ਾ ਵਿਗਿਆਨੀਆਂ ਦੁਆਰਾ ਨਿਸ਼ਚਿਤ ਕੀਤੇ ਹੋਣ, ਜਿਨ੍ਹਾਂ ਨੂੰ ਲੰਬੀ ਪ੍ਰਤੱਖ ਪੜਚੋਲ ਤੋਂ ਬਾਅਦ ਨਿਸ਼ਚਿਤ ਕੀਤਾ ਗਿਆ ਹੋਵੇ ਅਤੇ ਜਿਹੜੇ ਸਮੇਂ ਦੇ ਮਾਪ 'ਤੇ ਖਰੇ ਉਤਰਦੇ ਹੋਣ ਨੂੰ ਸਿਧਾਂਤ ਕਿਹਾ ਜਾਂਦਾ ਹੈ। ਇਹ ਇੱਥੇ ਭਾਸ਼ਾ ਸਿੱਖਿਆ ਨੂੰ ਉਪਯੋਗੀ ਬਣਾਉਣ ਵਿੱਚ ਖਾਸ ਯੋਗਦਾਨ ਦਿੰਦੇ ਹਨ। ਠੀਕ ਹੈ, ਸਧਾਰਨ ਸਿਧਾਂਤ ਕਿਹੜੇ ਹੁੰਦੇ ਹਨ? ਜਿਹੜੇ ਲੰਬੀ ਪ੍ਰਤੱਖ ਪੜਚੋਲ ਤੋਂ ਬਾਅਦ ਨਿਸ਼ਚਿਤ ਕੀਤੇ ਜਾਂਦੇ ਹਨ ਤੇ ਭਾਸ਼ਾ ਵਿਗਿਆਨੀਆਂ ਦੁਆਰਾ ਨਿਸ਼ਚਿਤ ਕੀਤੇ ਜਾਂਦੇ ਹਨ, ਉਹ ਕੀ ਹੁੰਦੇ ਆ? ਸਿਧਾਂਤ, ਜੋ ਅੱਗੇ ਆਪਾਂ ਪੜ੍ਹਦੇ ਹਾਂ। ਸੋ ਆਪਣਾ ਫਰਸਟ ਪੁਆਇੰਟ ਹੈਗਾ ਸੁਭਾਵਿਕਤਾ ਦਾ ਸਿਧਾਂਤ। ਭਾਸ਼ਾ ਅਜਿਹਾ ਕਮਾਇਆ ਧਨ ਹੈ ਜਿਸ ਵਿੱਚ ਸਿੱਖਣ ਦੀ ਪ੍ਰਵਿਰਤੀ ਕੁਦਰਤੀ ਹੁੰਦੀ ਹੈ। ਕੁਦਰਤ ਨੇ ਸਾਨੂੰ ਬੋਲਣਾ, ਸੁਣਨਾ, ਤੁਰਨਾ ਅਤੇ ਸਿੱਖਣ ਦੇ ਹੁਸੀਨ ਤੋਹਫੇ ਦਿੱਤੇ ਹਨ। ਇਹ ਕੀ ਹੈ? ਜਿਹੜਾ ਬੋਲਣਾ, ਸੁਣਨਾ, ਤੁਰਨ ਤੇ ਸਿੱਖਣ ਦੇ ਜਿਹੜੇ ਹੈਗੇ ਆ, ਇਹ ਕੀ ਹੈ? ਸਾਨੂੰ ਗੋਡ ਗਿਫਟਡ ਆ। ਠੀਕ ਆ, ਇਹ ਗੋਡ ਗਿਫਟਡ ਆ। ਜੇਕਰ ਅਸੀਂ ਇਹਨਾਂ ਵਿੱਚੋਂ ਕਿਸੇ ਵੀ ਇੱਕ ਤੋਂ ਹੀਣੇ ਹੋਵਾਂਗੇ ਤਾਂ ਸਮਝੋ ਕਿ ਅਸੀਂ ਕੁਦਰਤ ਦੇ ਉਸ ਗਿਫਟ ਤੋਂ, ਉਸ ਤੋਹਫੇ ਤੋਂ ਵਾਂਝੇ ਹੋ ਜਾਵਾਂਗੇ। ਇਸ ਤਰ੍ਹਾਂ ਸਿੱਖਣ ਵਿੱਚ ਸਭ ਤੋਂ ਪਹਿਲਾਂ ਸੁਣਨਾ, ਬੋਲਣਾ ਤੇ ਸਮਝਣਾ, ਉਸ ਤੋਂ ਬਾਅਦ ਪੜ੍ਹਨਾ ਤੇ ਲਿਖਣਾ ਆਉਂਦਾ ਹੈ। ਠੀਕ ਹੈ, ਇਹਦੇ ਵਿੱਚ ਕਿਆ ਕਹਿੰਦੇ ਆ ਕਿ ਜਿਹੜੇ ਸਾਨੂੰ ਅਸੀਂ ਬੋਲਦੇ, ਸੁਣਦੇ, ਤੁਰਦੇ ਫਿਰਦੇ ਆ, ਇਹ ਕੀ ਹੈ? ਇਹ ਇੱਕ ਗੋਡ ਗਿਫਟਡ ਚੀਜ਼ ਆ। ਠੀਕ ਆ, ਜੇ ਸਾਡੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਸਮਰਥਾ ਹੁੰਦੀ ਜਾਂ ਅਸੀਂ ਬੋਲ ਨਾ ਪਾਉਂਦੇ ਜਾਂ ਸੁਣ ਨਾ ਪਾਉਂਦੇ, ਤੁਰ ਨਾ ਪਾਉਂਦੇ, ਇਹਨਾਂ ਵਿੱਚੋਂ ਕੁਛ ਵੀ ਇੱਦਾਂ ਦਾ ਹੁੰਦਾ ਕਿ ਮਤਲਬ ਕਿ ਅਸੀਂ ਉਹ ਜਿਹੜੇ ਗੋਡ ਗਿਫਟਡ ਆ, ਅਸੀਂ ਉਸ ਤੋਂ ਵਾਂਝੇ ਸੀਗੇ, ਸਾਨੂੰ ਉਹ ਚੀਜ਼ ਨਹੀਂ ਮਿਲਣੀ ਹੋਣੀ ਸੀਗੀ। ਠੀਕ ਹੈ, ਇਸ ਦੇ ਵਿੱਚ ਕੀ ਹੈ? ਇੱਕ ਸੀਕੁਐਂਸ ਬਣਿਆ ਹੋਇਆ ਹੈ ਸਿੱਖਣ ਦੇ ਵਿੱਚ ਕਿ ਸਭ ਤੋਂ ਪਹਿਲਾਂ ਸੁਣਨਾ ਆਉਂਦਾ ਹੈ, ਫਿਰ ਬੋਲਣਾ ਤੇ ਸਮਝਣਾ, ਉਸ ਤੋਂ ਬਾਅਦ ਜਿਹੜਾ ਪੜ੍ਹਨਾ ਤੇ ਲਿਖਣਾ ਆਉਂਦਾ ਹੈ। ਇਹ ਸੀਕੁਐਂਸ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ, ਇਹਦੇ ਤੇ ਹੀ ਕੁਐਸਚਨ ਵੀ ਆਉਂਦਾ ਹੈ। ਸੋ ਤੁਹਾਨੂੰ ਇਹਦਾ ਸੀਕੁਐਂਸ ਪਤਾ ਹੋਣਾ ਚਾਹੀਦਾ। ਸੋ ਤੁਸੀਂ ਦੇਖ ਸਕਦੇ ਹੋ, ਸੁਣਨਾ, ਬੋਲਣਾ ਤੇ ਸਮਝਣਾ, ਫਿਰ ਪੜ੍ਹਨਾ, ਲਿਖਣਾ। ਨੰਬਰ 2, ਰੁਚੀ ਦਾ ਸਿਧਾਂਤ। ਰੁਚੀ ਦਾ ਸਿਧਾਂਤ ਮਨੋਵਿਗਿਆਨਿਕ ਤੱਥਾਂ ਅਨੁਸਾਰ ਬੱਚੇ ਜਮਾਂਦਰੂ ਇੱਛਾਵਾਂ ਅਨੁਸਾਰ ਹੀ ਕਿਸੇ ਵਿਸ਼ੇ ਜਾਂ ਕਿਰਿਆ ਵਿੱਚ ਰੁਚੀ ਲੈਂਦੇ ਹਨ। ਠੀਕ ਹੈ, ਰੁਚੀ ਦਾ ਸਿਧਾਂਤ ਕੀ ਕਹਿੰਦਾ ਹੈ? ਮਨੋਵਿਗਿਆਨਿਕ ਤੱਥ ਕੀ ਕਹਿੰਦੇ ਹਨ ਕਿ ਜਿਹੜਾ ਬੱਚਾ ਹੈ ਉਹ ਜਮਾਂਦਰੂ ਇੰਟਰਸਟਡ ਹੁੰਦਾ ਹੈ ਕਿਸੇ ਵੀ ਇੱਕ ਵਿਸ਼ੇ ਜਾਂ ਕਿਰਿਆ ਦੇ ਵਿੱਚ। ਕਿਸੇ ਨੂੰ ਡਾਂਸ ਦਾ ਬਹੁਤ ਸ਼ੌਂਕ ਹੁੰਦਾ ਹੈ, ਕਈ ਬੱਚੇ ਸਿੰਗਿੰਗ ਕਰਦੇ ਹਨ, ਕਈ ਆਰਟਸ ਦੇ ਵਿੱਚ ਹੁੰਦੇ ਆ, ਕਈ ਗੇਮਸ ਦੇ ਵਿੱਚ ਕੀ ਹੁੰਦੇ ਆ। ਠੀਕ ਹੈ, ਇਹ ਸਾਰਾ ਕੀ ਹੈ? ਬੱਚੇ ਦੇ ਵਿੱਚ ਜਿਹੜਾ ਹੈਗਾ ਜਮਾਂਦਰੂ ਹੁੰਦਾ ਹੈ। ਬੱਚੇ ਦੇ ਜਨਮ ਤੋਂ ਹੀ ਇਹ ਰੁਚੀ ਹੁੰਦੀ ਹੈ। ਇਹ ਕੀ ਸਾਨੂੰ ਕੀ ਹੈ? ਜਿਹੜੇ ਮਨੋਵਿਗਿਆਨਿਕ ਤੱਥ ਦੱਸਦੇ ਹਨ। ਨੈਕਸਟ ਪੁਆਇੰਟ ਹੈਗਾ ਯਤਨ ਦਾ ਸਿਧਾਂਤ। ਭਾਸ਼ਾ ਇੱਕ ਜਟਿਲ ਅਤੇ ਸੂਖਮ ਵਿਸ਼ਾ ਹੈ। ਇਸ ਵਿੱਚ ਯਤਨ ਦੇ ਸਿਧਾਂਤ ਦੁਆਰਾ ਮਾਤ ਭਾਸ਼ਾ ਦੇ ਸਾਹਿਤਿਕ, ਅਲੰਕਾਰਿਕ, ਕਲਾਤਮਿਕ ਆਦਿ ਪੱਖਾਂ ਨੂੰ ਜਾਣਿਆ ਜਾ ਸਕਦਾ ਹੈ। ਠੀਕ ਹੈ, ਯਤਨ ਦਾ ਸਿਧਾਂਤ ਕੀ ਹੈ? ਜਿਹੜਾ ਇਹ ਸਿਧਾਂਤ ਹੈ, ਇਹਦੇ ਦੁਆਰਾ ਹੀ ਜਿਹੜੀ ਮਾਤ ਭਾਸ਼ਾ ਦੇ ਸਾਹਿਤਿਕ ਹੈ, ਅਲੰਕਾਰਿਕ, ਕਲਾਤਮਿਕ ਪੱਖਾਂ ਨੂੰ ਜਾਣਿਆ ਜਾ ਸਕਦਾ। ਜਿਹੜਾ ਭਾਸ਼ਾ ਇੱਕ ਜਟਿਲ ਤੇ ਸੂਖਮ ਵਿਸ਼ਾ ਹੈ। ਨੈਕਸਟ ਪੁਆਇੰਟ ਹੈਗਾ ਪੁਆਇੰਟ ਨੰਬਰ 4, ਕਿਰਿਆਸ਼ੀਲਤਾ ਦਾ ਸਿਧਾਂਤ। ਕਿਰਿਆਸ਼ੀਲਤਾ ਦਾ ਸਿਧਾਂਤ ਮਾਤ ਭਾਸ਼ਾ ਵਿੱਚ ਬੱਚੇ ਜਿੰਨੇ ਵੱਧ ਕਿਰਿਆਸ਼ੀਲ ਹੋਣਗੇ ਉਨੇ ਹੀ ਵੱਧ ਸਿੱਖਣਗੇ।
ਬੱਚੇ ਸਰੀਰਕ ਅਤੇ ਮਾਨਸਿਕ ਦੋਵਾਂ ਤਰ੍ਹਾਂ ਨਾਲ ਕਿਰਿਆਸ਼ੀਲ ਹੁੰਦੇ ਹਨ। ਕਿਰਿਆਸ਼ੀਲਤਾ ਦਾ ਸਿਧਾਂਤ ਕੀ ਕਹਿੰਦਾ ਆ, ਜਿਹੜੇ ਮਾਤ ਭਾਸ਼ਾ ਵਿੱਚ ਜਿੰਨੇ ਬੱਚੇ ਵਧੀਆ ਹੋਣਗੇ, ਕਿਰਿਆਸ਼ੀਲ ਹੋਣਗੇ, ਓਨਾ ਹੀ ਉਹ ਵੱਧ ਸਿੱਖਣਗੇ। ਬੱਚੇ ਸਰੀਰਕ ਤੇ ਮਾਨਸਿਕ ਦੋਵੇਂ ਤਰ੍ਹਾਂ ਨਾਲ ਕਿਰਿਆਸ਼ੀਲ ਹੁੰਦੇ ਹਨ। ਜਦੋਂ ਆਪਾਂ ਸਿੱਖਦੇ ਹਨ, ਸਿੱਖਣ ਦੇ ਵਿੱਚ ਕੀ ਹੁੰਦਾ, ਜਿਹੜੇ ਸਿੱਖਿਆਰਥੀ ਹੁੰਦੇ ਸਰੀਰਕ ਪੱਖੋਂ ਤੇ ਮਾਨਸਿਕ ਪੱਖੋਂ ਦੋਵੇਂ ਤਰ੍ਹਾਂ ਨਾਲ ਕਿਰਿਆਸ਼ੀਲ ਹੁੰਦੇ ਹਨ। ਅਭਿਪ੍ਰੇਰਣਾ ਦਾ ਸਿਧਾਂਤ। ਪ੍ਰੇਰਣਾ ਇੱਕ ਅਜਿਹਾ ਸਿਧਾਂਤ ਹੈ ਜਿਸ ਦੁਆਰਾ ਬੱਚਾ ਸਿੱਖਣ ਲਈ ਸਵੈ ਇੱਛਿਤ ਤੌਰ 'ਤੇ ਤਿਆਰ ਹੋ ਜਾਂਦਾ ਹੈ। ਜਿਹੜਾ ਹੈਗਾ ਪ੍ਰਿੰਸੀਪਲ ਆਫ ਮੋਟੀਵੇਸ਼ਨ। ਅਭਿਪ੍ਰੇਰਣਾ ਕੀ ਆ, ਮੋਟੀਵੇਸ਼ਨ, ਠੀਕ ਹੈ। ਜਿਹੜੀ ਮੋਟੀਵੇਸ਼ਨ ਇੱਕ ਅਜਿਹਾ ਸਿਧਾਂਤ ਹੈ ਜਿਸ ਦੁਆਰਾ ਬੱਚਾ ਸਿੱਖਣ ਲਈ ਆਪਣੇ ਆਪ ਤਿਆਰ ਹੋ ਜਾਂਦਾ ਹੈ। ਸੋ ਨੈਕਸਟ ਪੁਆਇੰਟ ਸਾਡਾ ਪੁਆਇੰਟ ਨੰਬਰ 6, ਸੁਮੇਲਤਾ ਦਾ ਸਿਧਾਂਤ। ਪ੍ਰਿੰਸੀਪਲ ਆਫ ਕੋਰਿਲੇਸ਼ਨ। ਮਾਤ ਭਾਸ਼ਾ ਜਿਹੜੀ ਹੈ ਵਿੱਚ ਲਿਖਣਾ ਅਤੇ ਬੋਲਣਾ ਵੱਖ-ਵੱਖ ਕਿਰਿਆਵਾਂ ਨਹੀਂ ਸਗੋਂ ਆਪਸ ਵਿੱਚ ਸੰਬੰਧਿਤ ਕਿਰਿਆਵਾਂ ਹੁੰਦੀਆਂ ਹਨ। ਬੱਚਾ ਜਿਵੇਂ ਬੋਲੇਗਾ ਉਵੇਂ ਹੀ ਲਿਖੇਗਾ। ਸੋ ਇਹਦੇ ਵਿੱਚ ਕੀ ਸੀ, ਬੱਚਾ ਜਿਵੇਂ ਬੋਲੇਗਾ ਉਵੇਂ ਹੀ ਲਿਖੇਗਾ। ਇਹ ਸਿਧਾਂਤ ਕੀ ਕਹਿੰਦਾ, ਮਾਤ ਭਾਸ਼ਾ ਵਿੱਚ ਲਿਖਣਾ ਬੋਲਣਾ ਕਿਰਿਆਵਾਂ, ਇਹ ਮਾਤ ਭਾਸ਼ਾ ਦੇ ਵਿੱਚ ਕੀ ਹੈ, ਜਿਹੜੇ ਲਿਖਣਾ ਤੇ ਬੋਲਣਾ ਵੱਖ-ਵੱਖ ਕਿਰਿਆਵਾਂ ਨਹੀਂ ਆ, ਠੀਕ ਹੈ। ਕੋਰਿਲੇਸ਼ਨ ਹੁੰਦਾ ਕਿ ਜਿਹੜੀ ਅੱਗੇ ਤੋਂ ਅੱਗੇ ਉਹਦਾ ਸੰਬੰਧ ਹੋਣਾ। ਜੇ ਅਸੀਂ ਲਿਖਦੇ ਹਾਂ ਉਸ ਨੂੰ ਬੋਲਦੇ ਵੀ ਹਾਂ, ਹੈ ਨਾ। ਜੋ ਬੋਲਾਂਗੇ ਉਹ ਉਵੇਂ ਹੀ ਅਸੀਂ ਲਿਖਾਂਗੇ। ਨੰਬਰ 7 ਹੈਗਾ ਬਾਲ ਕੇਂਦਰਿਤ ਸਿਧਾਂਤ। ਪ੍ਰਿੰਸੀਪਲ ਆਫ ਚਾਈਲਡ ਓਰੀਐਂਟਡ, ਠੀਕ ਹੈ। ਮਾਤ ਭਾਸ਼ਾ ਜਿਹੜੀ ਸਿੱਖਿਆ ਹੈਗੀ ਜੇਕਰ ਬੱਚੇ 'ਤੇ ਕੇਂਦਰਿਤ ਹੋਵੇਗੀ ਤਾਂ ਬੱਚਾ ਵਿਵਹਾਰਿਕ ਗਿਆਨ ਵਿੱਚ ਸਿੱਖ ਸਕਦਾ ਹੈ। ਬੱਚੇ ਦਾ ਭਾਸ਼ਾਈ ਕੌਸ਼ਲਾਂ ਦਾ ਗਿਆਨ ਸੁਭਾਅ ਅਨੁਸਾਰ, ਵਾਤਾਵਰਣ ਅਨੁਸਾਰ, ਰੁਚੀਆਂ ਅਨੁਸਾਰ ਆਦਿ ਕੁਝ ਪ੍ਰੇਰਕਾਂ ਨੂੰ ਮੁੱਖ ਰੱਖ ਕੇ ਹੋਵੇਗਾ। ਇਹਦੇ ਵਿੱਚ ਕੀ ਹੈਗਾ ਆ, ਰੁਚੀਆਂ ਅਨੁਸਾਰ ਕੁਝ ਪ੍ਰੇਰਕਾਂ ਨੂੰ ਮੁੱਖ ਰੱਖ ਕੇ ਮਾਤ ਭਾਸ਼ਾ ਦਾ ਗਿਆਨ ਦੇਣ ਲਈ ਲਾਭਕਾਰੀ ਹੁੰਦਾ ਹੈ, ਠੀਕ ਹੈ। ਇਹ ਕੀ ਬਾਲ ਕੇਂਦਰਿਤ ਹੋਣੀ ਚਾਹੀਦੀ ਆ। ਬਾਲ ਕੇਂਦਰਿਤ ਮਤਲਬ ਕਿ ਜਿਹੜੀ ਕਿ ਇਹ ਸਿੱਖਿਆਰਥੀ ਨੂੰ ਮੁੱਖ ਰੱਖ ਕੇ ਜਾਂ ਬੱਚੇ ਨੂੰ ਮੁੱਖ ਰੱਖ ਕੇ ਹੀ ਹੋਣਾ ਚਾਹੀਦਾ ਹੈ। ਜਿਹੜੀ ਵਿਵਹਾਰਿਕ ਗਿਆਨ ਉਹ ਜਿਹੜਾ ਸਿੱਖ ਸਕਦਾ ਹੈ। ਉਸ ਤੋਂ ਬਾਅਦ ਨੈਕਸਟ ਪੁਆਇੰਟ ਹੈਗਾ ਆਪਣਾ ਮੌਖਿਕ ਪਹਿਲਾ ਮੌਖਿਕ ਫਿਰ ਲਿਖਿਤ ਦਾ ਸਿਧਾਂਤ। ਬੱਚੇ ਦੀ ਬੋਲਣ ਕਲਾ ਨੂੰ ਜਿੰਨਾ ਨਿਖਾਰਿਆ ਜਾਵੇਗਾ ਓਨਾ ਹੀ ਫਾਇਦਾ ਉਸਦੀ ਲਿਖਤ ਸਮੱਗਰੀ ਵਿੱਚ ਹੋਵੇਗਾ। ਬੱਚਾ ਜਿੰਨਾ ਹੀ ਕਿਸੇ ਵਰਡ ਦਾ ਜਾਂ ਕਿਸੇ ਦਾ ਪ੍ਰੋਨੰਸੀਏਸ਼ਨ ਨੂੰ ਸਹੀ ਕਰੇਗਾ ਤੇ ਉਹਦਾ ਜਿਹੜਾ ਰਿਟਨ ਹੈਗਾ ਆ ਉਹ ਓਨਾ ਹੀ ਵਧੀਆ ਹੋਵੇਗਾ। ਲਿਖਣ ਦਾ ਤਰੀਕਾ ਜਾਂ ਉਹਦੀ ਲਿਖਤ ਸਮੱਗਰੀ ਜਿਹੜੀ ਓਨੀ ਹੀ ਵਧੀਆ ਹੋਵੇਗੀ। ਅਨੁਕਰਨ ਦਾ ਸਿਧਾਂਤ। ਪ੍ਰਿੰਸੀਪਲ ਆਫ ਇਮੀਟੇਸ਼ਨ, ਠੀਕ ਹੈ। ਨਕਲ ਦਾ ਸਿਧਾਂਤ। ਇਹ ਸਿਧਾਂਤ ਵੀ ਬਹੁਤ ਮਹੱਤਵਪੂਰਨ ਹੈ। ਇਹਦਾ ਹੈ ਕਿ ਜਿਹੜਾ ਅਧਿਆਪਕ ਹੈਗਾ ਆ, ਫੋਰ ਐਗਜ਼ਾਮਪਲ ਜਿਹੜਾ ਅਧਿਆਪਕ ਆ ਉਹ ਬਹੁਤ ਜ਼ਿਆਦਾ ਨੌਲੇਜ ਵਾਲਾ ਹੋਣਾ ਚਾਹੀਦਾ ਹੈ, ਠੀਕ ਆ। ਕਿਉਂਕਿ ਬੱਚਾ ਇੱਕ ਆਪਣੇ ਅਧਿਆਪਕ ਨੂੰ ਹੀ ਉਹਦੇ ਤੋਂ ਇੰਸਪਾਇਰਡ ਹੋ ਕੇ ਹੀ ਸਾਰਾ ਕੁਝ ਸਿੱਖਣ ਦੀ ਕੋਸ਼ਿਸ਼ ਕਰਦਾ ਹੈ, ਨਕਲ ਕਰਦਾ ਹੈ। ਇਮੀਟੇਸ਼ਨ ਮਤਲਬ ਕਿ ਨਕਲ ਕਰਨਾ, ਅਨੁਕਰਨ ਦਾ ਮਤਲਬ ਨਕਲ ਕਰਨਾ। ਬੱਚਾ ਅਧਿਆਪਕ ਜੋ ਬੋਲੇਗਾ, ਜੋ ਲਿਖੇਗਾ, ਬੱਚਾ ਉਸੇ ਨੂੰ ਹੀ ਦੇਖ ਕੇ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ, ਠੀਕ ਹੈ। ਅਤੇ ਜਿਹੜਾ ਸੋ ਅਧਿਆਪਕ ਹੈ ਜਿਹੜਾ ਉਹ ਜੋ ਵੀ ਬੋਲ ਰਿਹਾ ਹੈ, ਲਿਖ ਰਿਹਾ ਹੁੰਦਾ ਹੈ, ਉਹ ਸ਼ੁੱਧ ਰੂਪ ਵਿੱਚ ਹੋਣਾ ਚਾਹੀਦਾ ਹੈ। ਸੋ ਨੈਕਸਟ ਪੁਆਇੰਟ ਹੈਗਾ ਅਭਿਆਸ ਦਾ ਸਿਧਾਂਤ। ਪ੍ਰਿੰਸੀਪਲ ਆਫ ਐਕਸਰਸਾਈਜ਼। ਭਾਸ਼ਾ ਇੱਕ ਹੁਨਰ ਕੌਸ਼ਲ ਹੈ, ਇਸ ਲਈ ਇਸ ਦਾ ਵਿਕਾਸ ਅਭਿਆਸ ਕ੍ਰਮ ਇੱਕ ਨਿਸ਼ਚਿਤ ਰੂਪ ਵਿੱਚ ਹੋਣਾ ਚਾਹੀਦਾ ਹੈ। ਨਿਸ਼ਚਿਤ ਰੂਪ ਵਿੱਚ ਹੋਣਾ ਚਾਹੀਦਾ ਹੈ। ਨੈਕਸਟ ਹੈ ਵਿਅਕਤੀਗਤ ਭਿੰਨਤਾਵਾਂ ਦਾ ਸਿਧਾਂਤ।
ਪ੍ਰਿੰਸੀਪਲ ਆਫ ਇੰਡੀਵਿਜੂਅਲ ਡਿਫਰੈਂਸਸ। ਇਹਦੇ ਵਿੱਚ ਕੀ ਆਉਂਦਾ ਹੈ ਕਿ ਹਰ ਇੱਕ ਬੱਚਾ ਇੱਕੋ ਜਿਹਾ ਨਹੀਂ ਹੁੰਦਾ, ਹਰ ਇੱਕ ਬੱਚਾ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ ਹੈ। ਕੋਈ ਜ਼ਿਆਦਾ ਦਿਮਾਗੀ ਹੁੰਦਾ ਹੈ, ਕੋਈ ਕੁਝ ਘੱਟ ਹੁੰਦਾ ਆ, ਠੀਕ ਆ, ਕੋਈ ਮੈਂਟਲੀ ਅਪਸੈਟ ਵੀ ਹੁੰਦੇ ਆ, ਮੱਧ ਬੁੱਧੀ ਹੁੰਦੇ ਆ, ਠੀਕ ਆ। ਇਹ ਕੀ ਆ, ਇਹ ਕੀ ਹੈ, ਸਾਡੀ ਜਿਹੜੀ ਵਿਅਕਤੀਗਤ ਭਿੰਨਤਾਵਾਂ ਨੂੰ ਦਰਸਾਉਂਦੇ ਹਨ। ਤਾਂ ਜਿਹੜਾ ਸਿੱਖਣ ਦਾ ਹੈਗਾ, ਸਿੱਖਣ ਦਾ ਜਿਹੜਾ ਤਰੀਕਾ ਹੈ ਜਾਂ ਸਿੱਖਣ ਦਾ ਜੋ ਟੀਚਾ ਹੈਗਾ ਉਹ ਬੱਚਿਆਂ ਦੇ ਅਕੋਰਡਿੰਗ ਹੋਣਾ ਚਾਹੀਦਾ ਹੈ, ਨਾ ਕਿ ਇੱਕ ਹੀ ਮੈਥਡ ਸਾਰਿਆਂ 'ਤੇ ਅਪਲਾਈ ਹੋਣਾ ਚਾਹੀਦਾ ਆ। ਇਹੀ ਗੱਲ ਇਸ ਪੁਆਇੰਟ ਦੇ ਵਿੱਚ ਦੱਸੀ ਗਈ ਹੈ। ਨੈਕਸਟ ਹੈਗਾ ਚੋਣ ਦਾ ਸਿਧਾਂਤ। ਇਸ ਪੁਆਇੰਟ ਨੂੰ ਅਗਰ ਤੁਸੀਂ ਪੜ੍ਹਨਾ ਚਾਹੁੰਦੇ ਤਾਂ ਇਸ ਇੱਥੋਂ ਪੜ੍ਹ ਸਕਦੇ ਹੋ, ਠੀਕ ਆ। ਜੋ ਐਗਜ਼ਾਮਪਲ ਸੀਗੀ ਉਹਦੇ ਅਕੋਰਡਿੰਗ ਜਿਹੜਾ ਵਿਅਕਤੀਗਤ ਭਿੰਨਤਾਵਾਂ ਦਾ ਸਿਧਾਂਤ ਕੀ ਹੁੰਦਾ ਹੈ ਉਹ ਮੈਂ ਤੁਹਾਨੂੰ ਐਕਸਪਲੇਨ ਇੱਥੇ ਕਰ ਦਿੱਤਾ ਆ। ਨੈਕਸਟ ਹੈਗਾ ਸਾਡੇ ਕੋਲ ਚੋਣ ਦਾ ਸਿਧਾਂਤ, ਪ੍ਰਿੰਸੀਪਲ ਆਫ ਸਿਲੈਕਸ਼ਨ। ਇਸ ਸਿਧਾਂਤ ਅਨੁਸਾਰ ਬੱਚਿਆਂ ਦੇ ਵਿਵਹਾਰ ਪਰਿਵਰਤਨ ਨੂੰ ਕਿਹੜੇ ਉਦੇਸ਼ ਦੇ ਤਹਿਤ ਲਾਗੂ ਕੀਤਾ ਜਾ ਸਕਦਾ ਹੈ, ਇਹ ਆਉਂਦਾ ਹੈ। ਸਧਾਰਨ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕਿਹੜਾ ਉਦੇਸ਼ ਕਦੋਂ ਲੈ ਕੇ ਬੱਚੇ ਦੇ ਵਿਵਹਾਰ ਦਾ ਵਿਕਾਸ ਕਰਨਾ ਹੈ ਆਦਿ ਨੂੰ ਪੇਸ਼ ਕਰਦਾ ਹੈ। ਚੋਣ ਦਾ ਸਿਧਾਂਤ, ਠੀਕ ਆ। ਚੋਣ ਕਰਨੀ, ਕਿਸੇ ਉਦੇਸ਼ ਦੀ ਚੋਣ ਕਰਨੀ ਜੋ ਕਿ ਬੱਚੇ ਦੇ ਵਿਵਹਾਰ ਨੂੰ ਦੇਖ ਕੇ ਉਹਨੂੰ ਦੇਖ ਕੇ ਹੀ ਚੋਣ ਕੀਤੀ ਜਾ ਸਕਦੀ ਹੈ। ਕਦੋਂ ਤੇ ਕਿਵੇਂ ਕਰਨੀ ਹੈ, ਕੀ ਕਰਨੀ ਹੈ ਚੋਣ, ਜੋ ਕਿ ਇਸ ਸਿਧਾਂਤ ਵਿੱਚ ਆਉਂਦੀ ਹੈ। ਨੈਕਸਟ ਪੁਆਇੰਟ ਸਾਡਾ ਹੈਗਾ ਅਨੁਪਾਤ ਦੇ ਕ੍ਰਮ ਦਾ ਸਿਧਾਂਤ। ਅਨੁਪਾਤ ਦੇ ਕ੍ਰਮ ਦਾ ਸਿਧਾਂਤ ਸਿੱਖਣ ਦੇ ਕ੍ਰਮ ਅਨੁਸਾਰ ਸੁਣਨਾ, ਸਮਝਣਾ, ਬੋਲਣਾ ਅਤੇ ਲਿਖਣਾ, ਠੀਕ ਹੈ। ਇਹ ਸਿੱਖਣ ਦਾ ਕ੍ਰਮ ਹੈ ਜੋ ਮੈਂ ਪਹਿਲਾਂ ਵੀ ਤੁਹਾਨੂੰ ਕਰਵਾ ਚੁੱਕੀ ਹਾਂ। ਇਸ ਤਰ੍ਹਾਂ ਅਧਿਆਪਕ ਨੂੰ ਮਾਤ ਭਾਸ਼ਾ ਸਿਖਾਉਣ ਲਈ ਚਾਰੇ ਉਦੇਸ਼ਾਂ ਨੂੰ ਕ੍ਰਮ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਸੋ ਇਸੇ ਦੇ ਨਾਲ ਸਾਡਾ ਜਿਹੜਾ ਇਹ ਥਿਊਰੀ ਦਾ ਚੈਪਟਰ ਇਹ ਕੰਪਲੀਟ ਹੋ ਗਿਆ ਹੈ। ਆਈ ਹੋਪ ਤੁਹਾਨੂੰ ਇਹ ਸਮਝ ਵੀ ਆਇਆ ਹੋਵੇਗਾ। ਅਗਰ ਕਿਸੇ ਵੀ ਬੱਚੇ ਦਾ ਕੋਈ ਵੀ ਡਾਊਟਸ ਹੈ, ਕੋਈ ਵੀ ਕੁਐਰੀਜ਼ ਹੈ ਤੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ WhatsApp ਨੰਬਰ 'ਤੇ ਮੈਸੇਜ ਕਰਕੇ ਸਾਡੇ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋ। ਤੇ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ, ਇਨਫੋਰਮੇਟਿਵ ਲੱਗੀ ਹੋਵੇ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਸੋ ਇਹ ਸਾਡਾ ਸੀਗਾ ਚੈਪਟਰ ਜਿਹੜਾ ਇਹ ਕੰਪਲੀਟ ਹੋ ਗਿਆ ਹੈ। ਨੈਕਸਟ ਵੀਡੀਓ ਵਿੱਚ ਇਸ ਦੇ MCQ ਆਉਣਗੇ ਤਾਂ ਅਸੀਂ ਉਹਨਾਂ MCQs ਦੇਖਾਂਗੇ। ਸੋ ਥੈਂਕਸ ਫॉर ਵਾਚਿੰਗ।